ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਪਿਆਰ ਵਾਲੇ ਸਤਿਕਾਰਯੋਗ ਵੀਰੋ, ਅੱਜ ਆਪਾਂ ਜੋ ਐਪੀਸੋਡ ਆਪਣਾ ਗੁਰਬਾਣੀ ਵਿਚਾਰ ਦਾ ਜੋ ਇਹ ਐਪੀਸੋਡ ਹੈ, ਇਹਦੇ ਵਿੱਚ ਆਪਾਂ ਅੱਜ ਵਿਚਾਰ ਕਰਾਂਗੇ ਆਪਾਂ ਆਸਾ ਦੀ ਵਾਰ ਦੀ ਜੋ ਪਹਿਲੀ ਪੌੜੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਚੀ ਹੋਈ ਬਾਣੀ, ਉਸ ਪੌੜੀ ਦੀ ਆਪਾਂ ਵਿਚਾਰ ਕਰਾਂਗੇ ਜੀ। ਔਰ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਇਹ ਜੋ ਪੌੜੀ ਹੈ, ਜਦੋਂ ਆਪਾਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਕਿਤੇ ਵੀ ਜਦੋਂ ਕਦੀ ਰੱਬ ਦਾ ਕੋਈ ਵਿਸ਼ਾ ਛਿੜਦਾ ਹੈ, ਰੱਬ ਕੀ ਹੈ ਅਤੇ ਰੱਬ ਦੇ ਬਾਰੇ ਜਦੋਂ ਵੀ ਕਦੀ ਵਿਚਾਰ ਹੁੰਦੀ ਹੈ, ਹੁਣ ਤੱਕ ਸਾਡੇ ਜੋ ਵਿਦਵਾਨ ਵੀਰ ਹਨ, ਸਾਡੇ ਜੋ ਦੋਸਤ ਮਿੱਤਰ ਜੋ ਜਿਨ੍ਹਾਂ ਨਾਲ ਸਾਡਾ ਬੋਲ ਵਿਹਾਰ ਹੈ, ਉਹਨਾਂ ਨਾਲ ਵਿਚਾਰ ਕਰਦੇ ਹਾਂ। ਕਾਫੀ ਲੰਬੇ ਸਮੇਂ ਤੋਂ ਆਪਾਂ ਮਿਸ਼ਨਰੀ ਪ੍ਰਚਾਰਕ ਵੀਰ ਹਨ, ਉਹਨਾਂ ਨੂੰ ਸੁਣਦੇ ਹਾਂ, ਫਾਲੋ ਕਰਦੇ ਹਾਂ, ਕੀਤਾ ਹੈ, ਕਾਫੀ ਕੁਝ ਸਿੱਖਿਆ ਵੀ ਹੈ ਅਤੇ ਹੁਣ ਵੀ ਉਹਨਾਂ ਨਾਲ ਵਿਚਾਰ ਕਰੀਦੀ ਹੈ। ਜਦੋਂ ਕੋਈ ਵਿਸ਼ਾ ਇਸ ਤਰ੍ਹਾਂ ਦਾ ਹੁੰਦਾ ਹੈ, ਦਿਮਾਗ ਵਿੱਚ ਕੋਈ ਦੁਬਿਧਾ ਆ ਜਾਂਦੀ ਹੈ ਜਾਂ ਆਪਸੀ ਕੋਈ ਵੱਖਰਾ ਪੱਖ ਸਮਝ ਆਉਂਦਾ, ਅਤੇ ਆਪਾਂ ਉੱਥੇ ਉਹਨਾਂ ਨਾਲ ਵਿਚਾਰ ਕਰ ਲੈਂਦੇ ਹਾਂ। ਦੋ ਸਾਡੇ ਖਾਸ ਵਿਦਵਾਨ ਹਨ ਜੋ ਗ੍ਰਾਮਰ ਦੇ, ਜੋ ਕਾਫੀ ਗੁਰਬਾਣੀ ਦੀ ਵਿਆਕਰਨ, ਮਿਸ਼ਨਰੀ ਪ੍ਰਚਾਰਕ ਨੇ ਦੋਨਾਂ ਕੋਲੋਂ ਆਪਾਂ ਗੁਰਬਾਣੀ ਦੀ ਗ੍ਰਾਮਰ ਵੀ ਸਿੱਖਦੇ ਹਾਂ। ਸਿੱਖੀ ਨਹੀਂ ਹੈ ਹਾਲੇ ਕਿ ਆਪਾਂ ਕਹਿ ਦਈਏ ਕਿ ਸਿੱਖ ਲਈ ਹੈ, ਸਿੱਖ ਰਹੇ ਹਾਂ, ਸਟੂਡੈਂਟ ਹਾਂ ਆਪਾਂ ਗੁਰਬਾਣੀ ਵਿਆਕਰਨ ਦੇ, ਅਤੇ ਕੋਸ਼ਿਸ਼ ਕਰੀਦੀ ਹੈ ਕਿ ਗੁਰਬਾਣੀ ਵਿਆਕਰਨ ਅਤੇ ਮੂਲ ਮੰਤਰ ਦੇ ਸਿਧਾਂਤ ਨਾਲ ਗੁਰਬਾਣੀ 'ਤੇ ਜੋ ਲੌਜਿਕ ਹੈ ਮੂਲ ਮੰਤਰ ਦਾ ਲਾ ਕੇ ਅਤੇ ਵਿਆਕਰਨ ਦੇ ਵਿੱਚ ਰਹਿ ਕੇ ਜੋ ਗੁਰਬਾਣੀ ਨੂੰ ਸਮਝਿਆ ਜਾਵੇ। ਸੋ ਜਦੋਂ ਆਪਾਂ ਦੇਖਦੇ ਹਾਂ ਕਿ ਜਦੋਂ ਵੀ ਕਦੀ ਕਿਤੇ ਰੱਬ ਦਾ ਵਿਸ਼ਾ ਕਿਸੇ ਸਟੇਜ ਤੋਂ ਜਾਂ ਕਿਤੇ ਵਟਸਐਪ ਫੇਸਬੁੱਕ 'ਤੇ ਜਦੋਂ ਚਰਚਾ ਛਿੜ ਜਾਂਦੀ ਹੈ ਰੱਬ ਦੇ ਨਾਮ 'ਤੇ, ਅਤੇ ਜਿਹੜੇ ਸਾਡੇ ਵਿਦਵਾਨ ਵੀਰ ਨੇ ਉਹ ਜਦੋਂ ਇਸ ਪੌੜੀ ਨੂੰ ਨਾ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਗਵਾਹੀ ਦੇ ਵਜੋਂ ਉਹ ਲਿਆ ਕੇ ਪੇਸ਼ ਕਰਦੇ ਨੇ ਕਿ ਆਹ ਵੇਖੋ ਜੀ, ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਰੱਬ ਜੀ ਪਹਿਲਾਂ ਆਪ ਆਏ ਅਤੇ ਆਪਣੇ ਆਪ ਨੂੰ ਉਹਨਾਂ ਨੇ ਸਾਜਿਆ, ਅਤੇ ਦੂਜੇ ਨੰਬਰ 'ਤੇ ਉਹਨਾਂ ਨੇ ਕੁਦਰਤ ਸਾਜੀ। ਜਦ ਕਿ ਦਾਸ ਦਾ ਜਾਂ ਮੇਰਾ ਜਾਂ ਹੋਰ ਵੀ ਕਈ ਵੀਰ ਹੈਗੇ ਨੇ ਜਿਨ੍ਹਾਂ ਦਾ ਇੱਥੇ ਪੱਖ ਵੱਖਰਾ ਹੈ। ਸੋ ਇੱਕ ਵਿਚਾਰ ਹੈ, ਕੋਈ ਆਪਾਂ ਪਰੋਸ ਰਹੇ ਹਾਂ ਕਿ ਜੋ ਸਾਡਾ ਪੱਖ ਹੈ ਉਹ ਅਸੀਂ ਰੱਖੀਏ, ਸਾਨੂੰ ਹੱਕ ਹੈ। ਇੱਕ ਪਿੱਛੇ ਆਪਾਂ ਥੋੜ੍ਹੇ ਦਿਨ ਪਹਿਲਾਂ ਇੱਕ ਵਿਚਾਰ ਕੀਤੀ ਸੀ ਮੂਲ ਮੰਤਰ ਦੇ ਉੱਪਰ, ਉਹਦੇ ਵਿੱਚ ਜੋ ਸਾਡਾ ਪੱਖ ਹੈ ਕਿ ਉੱਥੇ ਇੱਕ ਓਅੰਕਾਰ ਕਿਉਂ ਪੜ੍ਹਿਆ ਜਾਵੇ, ਉਹਦੇ 'ਤੇ ਮੇਰਾ ਉਹ ਪੂਰਾ ਇੱਕ ਵੀਡੀਓ ਹੈ, ਉਹਦੇ 'ਤੇ ਮੇਰਾ ਪੱਖ ਹੈ ਕਿ ਇੱਕ ਉਹ ਕਿਉਂ ਨਾ ਪੜ੍ਹਿਆ ਜਾਵੇ, ਕਿਉਂਕਿ ਇੱਕ ਅਤੇ ਊੜੇ ਨੂੰ ਇੱਕ ਤਾਂ ਜਿਹੜਾ ਸੰਪੂਰਨ ਮੁਕੰਮਲ ਇੱਕ ਹੈ ਸੰਖਿਅਕ, ਉਹਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾ ਸਕਦੀ। ਉੱਥੇ ਇੱਕ ਪੜ੍ਹਿਆ ਜਾਵੇਗਾ ਅਤੇ ਜਿਹੜਾ ਨਾਲ ਲਫ਼ਜ਼ ਊੜੇ ਨੂੰ ਹੋੜਾ, ਖੁੱਲ੍ਹੇ ਮੂੰਹ ਵਾਲਾ ਊੜਾ ਅਤੇ ਹੋੜਾ, ਉਹਦਾ ਉਚਾਰਨ ਐਜ ਇਟ ਇਜ਼ ਜੋ ਲਿਖਿਆ ਹੈ ਉਹ ਕਿਉਂ ਨਾ ਕੀਤਾ ਜਾਵੇ। ਕਿਉਂਕਿ ਜਿੱਥੇ ਕਿਤੇ ਗੁਰੂ ਸਾਹਿਬਾਂ ਨੇ ਜਿੱਥੇ ਜ਼ਰੂਰਤ ਸਮਝੀ ਕਿ ਓਅੰਕਾਰ ਗੁਰਬਾਣੀ ਵਿੱਚ, ਇਹ ਨਹੀਂ ਆਪਾਂ ਕਹਿ ਸਕਦੇ ਕਿ ਕਿਤੇ ਵੀ ਨਹੀਂ ਲਿਖਿਆ, ਇਸੇ ਤਰ੍ਹਾਂ ਹੀ ਲਿਖਿਆ ਹੈ, ਕਿਉਂਕਿ ਜਿੱਥੇ ਲਿਖਣਾ ਗੁਰੂ ਸਾਹਿਬਾਂ ਨੇ ਮੁਕੰਮਲ, ਉੱਥੇ ਓਅੰਕਾਰ ਦਾ ਮੁਕੰਮਲ ਸਰੂਪ ਉੱਥੇ ਲਿਖਿਆ ਹੈ। ਜਿੱਥੇ ਲਿਖਣਾ ਉੱਥੇ ਉਹ ਵੀ ਲਿਖਿਆ ਹੈ, ਜਿੱਥੇ ਕ੍ਰਿਸ਼ਨ ਲਿਖਣਾ ਉੱਥੇ ਕ੍ਰਿਸ਼ਨ ਵੀ ਲਿਖਿਆ ਹੈ, ਗੋਵਰਧਨ ਮਾਧੋ ਸਾਰੇ ਲਫ਼ਜ਼ ਉਹਨਾਂ ਨੇ ਵਰਤੇ ਹਨ। ਸੋ ਇੱਥੇ ਨਹੀਂ ਵਰਤਿਆ ਅਤੇ ਅਸੀਂ ਉਹਨੂੰ ਨਹੀਂ ਵਰਤਦੇ। ਬਾਕੀ ਇਹਦੇ 'ਤੇ ਵਿਚਾਰ ਦੂਸਰੇ ਆਪਣੇ ਐਪੀਸੋਡ ਵਿੱਚ ਹੋ ਚੁੱਕੀ ਹੈ। ਸੋ ਉਚਾਰਨ ਜਿਹੜਾ ਹੈ ਗੁਰੂ ਸਾਹਿਬਾਂ ਨੇ ਜਦੋਂ ਇਹ ਪੌੜੀ ਹੈ ਆਪਾਂ ਇਹਦਾ ਉਚਾਰਨ ਕਰ ਲਈਏ। ਔਰ ਇਹ ਜੋ ਪੰਕਤੀ ਜੋ ਹੈ ਇਸ ਨੂੰ ਹਮੇਸ਼ਾ ਖਾਸ ਕਰਕੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਏ ਕਰ ਆਸਣ ਡਿਠੋ ਚਾਓ, ਇਸ ਪੰਕਤੀ ਤੋਂ ਇਸ ਜੋ ਦੋ ਤੁਕਾਂ ਨੇ ਇੱਥੋਂ ਭੁਲੇਖਾ ਪੈਂਦਾ ਹੈ। ਔਰ ਇਸ ਤੋਂ ਪਹਿਲਾਂ ਅਗਲੀ ਆਪਾਂ ਵਿਚਾਰ ਕਰੀਏ ਕਿ ਜੋ ਸਾਡੇ ਵਿਦਵਾਨ ਵੀਰ ਜੋ ਮਿਸ਼ਨਰੀ ਮੱਤ ਹੈ, ਉਹ ਹਮੇਸ਼ਾ ਇਹ ਕਹਿੰਦੇ ਹਨ ਕਿ ਜੋ ਪੌੜੀ ਹੁੰਦੀ ਹੈ ਉਹਦਾ ਜੋ ਭਾਵ ਹੁੰਦਾ ਹੈ ਉਹ ਲਾਸਟ ਵਾਲੀ ਪੰਕਤੀ 'ਚ ਜਾਂ ਲਾਸਟ 'ਚ ਜਾ ਕੇ ਦਿੱਤਾ ਹੁੰਦਾ ਹੈ। ਅਤੇ ਦੂਸਰਾ ਕਿ ਜਿਹੜੀਆਂ ਪੌੜੀਆਂ ਇੱਥੇ ਆਸਾ ਦੀ ਵਾਰ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਲਿਖੀਆਂ ਨੇ, ਉਹਨਾਂ ਦੇ ਨਾਲ ਜਦੋਂ ਆਪਾਂ ਪੜ੍ਹਾਂਗੇ ਕਿ ਜਿਹੜੇ ਪਹਿਲੇ ਮਹੱਲੇ ਦੇ ਸਲੋਕ ਨੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਲਿਖੇ ਨੇ, ਅਤੇ ਬਾਕੀ ਜੋ ਸਲੋਕ ਹਨ ਢੁੱਕਦੇ ਸਲੋਕ ਗੁਰੂ ਅਰਜਨ ਪਾਤਸ਼ਾਹ ਜੀ ਨੇ ਲਿਖੇ ਹਨ। ਔਰ ਇੱਕ ਨਿਰਧਾਰਤ ਪੱਖ ਜਿਹੜਾ ਮਿਸ਼ਨਰੀ ਪ੍ਰਚਾਰਕ ਹਮੇਸ਼ਾ ਤੋਂ ਸਾਡੇ ਵੀਰ ਸਾਨੂੰ ਦੱਸਦੇ ਨੇ ਕਿ ਇੱਥੇ ਜਦੋਂ ਪੌੜੀਆਂ ਪੜ੍ਹਨੀਆਂ ਹੈ ਅਤੇ ਗੁਰੂ ਸਾਹਿਬ ਦੇ ਜੋ ਸਲੋਕ ਲਾਏ ਨੇ ਉਹਨਾਂ ਸਲੋਕਾਂ ਨੂੰ ਧਿਆਨ 'ਚ ਰੱਖਦੇ ਹੋਏ ਪੌੜੀ ਦੀ ਵਿਚਾਰ ਕੀਤੀ ਜਾਵੇ, ਤਾਂ ਫਿਰ ਅਸੀਂ ਵਧੀਆ ਕਿਸੇ ਨਤੀਜੇ 'ਤੇ ਉਹ ਵਿਚਾਰ ਰੱਖ ਸਕਦੇ ਹਾਂ। ਸੋ ਇੱਥੇ ਆਪਾਂ ਵਿਚਾਰ ਕਰਨੀ ਹੈ। ਸੋ ਆਪਾਂ
ਪੜ੍ਹਦੇ ਹਾਂ ਜੀ। ਇੱਕ ਤੇ ਜੋ ਇਹ ਗੁਰਬਾਣੀ ਹੈ, ਇਸ ਪੌੜੀ ਤੋਂ ਪਹਿਲਾਂ ਗੁਰੂ ਸਾਹਿਬਾਂ ਦੇ ਉਚਾਰੇ ਹੋਏ 3 ਸ਼ਲੋਕ ਨੇ ਆਸਾ ਦੀ ਵਾਰ ਦੇ ਇਸ ਪ੍ਰਕਰਨ ਵਿੱਚ, ਔਰ ਆਪਾਂ ਸ਼ਲੋਕ ਪੜ੍ਹਦੇ ਹਾਂ। ਪਹਿਲਾ ਸ਼ਲੋਕ ਜਿਹੜਾ ਹੈ ਇਸ ਪ੍ਰਕਰਨ ਵਿੱਚ, ਬਾਣੀ ਜੋ ਹੈ ਪ੍ਰਕਰਨ ਹੈ ਆਸਾ ਮਹਿਲਾ ਪਹਿਲਾ ਆਸਾ ਰਾਗ ਵਿੱਚ ਇਹ ਗੁਰੂ ਸਾਹਿਬ ਉਚਾਰ ਰਹੇ ਨੇ। ਵਾਰ ਸ਼ਲੋਕਾਂ ਨਾਲ, ਸ਼ਲੋਕ ਵੀ ਮਹਿਲੇ ਪਹਿਲੇ ਕੇ ਲਿਖੇ, ਟੁੰਡੇ ਅਸ ਰਾਜੇ ਕੀ ਧੁਨੀ। ਗੁਰੂ ਸਾਹਿਬ ਦੱਸ ਰਹੇ ਨੇ ਕਿ ਇਹ ਜਿਹੜੇ ਵਾਰਾਂ ਨੇ ਇਹ ਸ਼ਲੋਕਾਂ ਨਾਲ ਦਿੱਤੀਆਂ ਗਈਆਂ ਨੇ। ਇੱਥੇ ਸ਼ਲੋਕ ਇਹਨਾਂ ਦੇ ਨਾਲ ਦਿੱਤੇ ਗਏ ਨੇ। ਸ਼ਲੋਕ ਵੀ ਜਿਹੜੇ ਨੇ ਉਹ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਲਿਖੇ, ਮਹਿਲੇ ਪਹਿਲੇ ਕੇ ਲਿਖੇ। ਟੁੰਡੇ ਅਸਰਾਜੇ ਕੀ ਧੁਨੀ, ਅਸਾ ਧੁਨੀ ਦੱਸੀ ਹੈ ਨਾਲ ਕਿ ਇਸ ਧੁਨੀ ਦੇ ਨਾਲ ਵਾਰਾਂ ਦੀ ਤਰ੍ਹਾਂ ਜਿੱਦਾਂ ਟੁੰਡੇ ਅਸਰਾਜੇ ਕੀ ਧੁਨੀ ਗਾਈ ਜਾਂਦੀ ਹੈ, ਉਸੇ ਤਰ੍ਹਾਂ ਉਸ ਧੁਨ ਦੇ ਨਾਲ ਇਹਨਾਂ ਜਿਹੜੇ ਨੇ ਵਾਰਾਂ ਨੂੰ ਗਾਇਆ ਜਾਵੇ। ਸ਼ਲੋਕ ਮਹਿਲਾ ਪਹਿਲਾ, ਸ਼ਲੋਕ ਪਹਿਲਾ ਹੈ, ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰੂ ਸਾਹਿਬ ਦੱਸ ਰਹੇ ਨੇ ਕਿ ਮੈਂ ਆਪਣੇ ਗੁਰੂ ਤੋਂ ਬਲਹਾਰ ਜਾਂਦਾ ਹਾਂ, ਗੁਰੂ ਤੋਂ ਬਲਹਾਰ ਜਾਂਦਾ ਹਾਂ, ਔਰ ਦਿਨ ਵਿੱਚ 100 ਵਾਰ ਜਾਂਦਾ ਹਾਂ। ਛੋਟੇ ਵਿੱਚ ਅਰਥ ਕਰਾਂਗੇ ਆਪਾਂ ਸ਼ਲੋਕਾਂ ਦੇ, ਸਾਰਿਆਂ ਨੂੰ ਸਮਝ ਆਉਂਦੀ ਹੈ। ਜਿਨ ਮਾਨਸ ਤੇ ਦੇਵਤੇ ਕੀਏ, ਜੋ ਅਸੀਂ ਮਨੁੱਖ ਸੀ ਆਮ ਜੇ, ਔਰ ਸਾਨੂੰ ਦੇਵਤੇ ਸਰੂਪ ਭਾਵ ਸਾਡੇ 'ਚ ਗੁਣ ਭਰ ਦਿੱਤੇ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਕੋਈ ਸਮਾਂ ਨਹੀਂ ਲੱਗਿਆ ਗੁਰੂ ਨੂੰ ਜਦੋਂ ਸਾਨੂੰ ਸੋਝੀ ਬਖਸ਼ ਦਿੰਦਾ। ਗਿਆਨ, ਗੁਰੂ ਗਿਆਨ ਹੈ ਸਾਡਾ। ਅਗਲਾ ਜਿਹੜਾ ਸ਼ਲੋਕ ਹੈ, ਇਹ ਜਿਹੜੀ ਪੌੜੀ ਹੈ, ਇਹ ਸ਼ਲੋਕ ਹੈ, ਇਹ ਮਨੁੱਖ ਦੀ ਗੱਲ ਕਰ ਰਿਹਾ ਹੈ। ਦੂਸਰਾ ਸ਼ਲੋਕ ਮਹਿਲਾ ਦੂਜਾ ਗੁਰੂ ਅੰਗਦ ਪਾਤਸ਼ਾਹ ਜੀ ਦਾ ਇਹ ਸ਼ਲੋਕ ਹੈ। ਉੱਥੇ ਗੁਰੂ ਸਾਹਿਬ ਕਹਿ ਰਹੇ ਨੇ, ਜੇ 100 ਚੰਦਾ ਉਗਵੇਂ ਸੂਰਜ ਚੜ੍ਹੇ ਹਜ਼ਾਰ, ਇੱਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਸਾਹਿਬ ਦੱਸ ਰਹੇ ਨੇ ਕਿ ਇੱਥੇ ਵੀ ਮਨੁੱਖ ਦੀ ਜੋ ਹਾਲਤ ਹੈ, ਅੰਦਰ ਦੀ ਜੋ ਅਵਸਥਾ ਹੈ, ਕਿ ਅੰਦਰੋਂ ਮਨੁੱਖ ਜਿਹੜਾ ਹੈ ਉਹਦੇ 'ਚ ਅਗਿਆਨਤਾ ਭਰੀ ਪਈ ਹੈ। ਮਨੁੱਖ ਨੂੰ ਸਮਝਾ ਰਹੇ ਨੇ, ਮਨੁੱਖ ਨੂੰ ਹੀ ਸੰਬੋਧਨ ਰਹੇ ਹਨ ਗੁਰੂ ਸਾਹਿਬ, ਮਨੁੱਖ ਦੀ ਹੀ ਗੱਲ ਕਰ ਰਹੇ ਹਨ। ਗੁਰੂ ਸਾਹਿਬ ਕਹਿ ਰਹੇ ਨੇ ਕਿ ਜੇ 100 ਚੰਦਾ, ਬਾਹਰੀ ਤੌਰ 'ਤੇ ਇਹ ਜੋ ਚੰਦਰਮਾ, ਸੈਂਕੜੇ ਚੰਦਰਮਾ ਚੜ੍ਹ ਜਾਣ, ਹਜ਼ਾਰਾਂ ਹੀ ਸੂਰਜ ਚੜ੍ਹ ਜਾਣ, ਬਾਹਰੀ ਤੌਰ 'ਤੇ ਜਿੰਨਾ ਮਰਜ਼ੀ ਚਾਨਣ ਤੈਨੂੰ ਮਿਲ ਜਾਵੇ, ਪਰ ਤੇਰੇ ਅੰਦਰ ਗੁਰੂ ਦੇ ਗਿਆਨ ਤੋਂ ਬਿਨਾਂ ਤੇਰੇ ਅੰਦਰ ਅੰਧਕਾਰ ਹੈ, ਗਿਆਨ ਨਹੀਂ ਹੈ, ਅਗਿਆਨਤਾ ਭਰੀ ਹੋਈ ਹੈ। ਫਿਰ ਹੁਣ ਤੀਸਰਾ ਜੋ ਸ਼ਲੋਕ ਹੈ ਉਹ ਵੀ ਆਪਾਂ ਨਾਲ ਵਿਚਾਰ ਲਈਏ, ਕਿਉਂਕਿ ਸ਼ਲੋਕ ਜਿਹੜੇ ਹਨ ਉਹਨਾਂ ਦੇ ਨਾਲ ਗੁਰਬਾਣੀ ਦੀ ਪੌੜੀ ਦੀ ਜੋ ਵਿਚਾਰ ਹੈ ਉਹ ਟੁਕਦੀ ਹੈ ਲਗਭਗ। ਆਪਾਂ ਉਹਨੂੰ ਵੇਖਣਾ ਹੈ ਕਿ ਸ਼ਲੋਕਾਂ ਵਿੱਚ ਗੁਰੂ ਸਾਹਿਬ ਜੋ ਮਨੁੱਖ ਦੀ ਗੱਲ ਕਰ ਰਹੇ ਨੇ ਜਾਂ ਰੱਬ ਦੀ ਗੱਲ ਕਰ ਰਹੇ ਨੇ। ਪਰ ਇਹ 2 ਸ਼ਲੋਕ ਆਪਾਂ ਵੇਖੇ, ਦੋਨੋਂ ਮਨੁੱਖ ਨੂੰ ਸੰਬੋਧਨ ਹਨ, ਮਨੁੱਖ ਦੇ ਲਈ ਵਰਤੇ ਗਏ, ਮਨੁੱਖ ਨੂੰ ਸਮਝਾਇਆ ਗਿਆ ਹੈ। ਹੁਣ ਇੱਥੇ ਤੀਜਾ ਸ਼ਲੋਕ ਹੈ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਗੁਰੂ ਸਾਹਿਬ ਕਹਿੰਦੇ ਨੇ ਕਿ ਤੂੰ ਗੁਰੂ ਜਿਹੜਾ ਗਿਆਨ ਹੈ ਉਹ ਤੇਰੇ ਚੇਤੇ 'ਚ ਨਹੀਂ ਹੈ, ਅਤੇ ਆਪਣੇ ਮਨ ਦੇ ਵਿੱਚ ਤੂੰ ਬੜਾ ਆਪਣੇ ਆਪ ਨੂੰ ਸੁਚੇਤ ਦੱਸ ਰਿਹਾ, ਸੂਝਵਾਨ ਦੱਸ ਰਿਹਾ, ਬੜਾ ਜਾਗਰੂਕ ਹੈ ਤੂੰ, ਬੜਾ ਅਪਗ੍ਰੇਡ ਹੈ ਤੂੰ, ਸੋਝੀਵਾਨ ਹੈ। ਛੁੱਟੈ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ। ਅਤੇ ਜਿਵੇਂ ਇੱਕ ਸੁੰਝੇ ਖੇਤ ਦੇ ਵਿੱਚ ਜਿਹੜੇ ਛੱਡੇ ਹੋਏ ਛੁੱਟੜ ਤਿਲ ਹੁੰਦੇ ਨੇ, ਜਿਹੜੇ ਬੁਆੜ ਹੁੰਦੇ ਨੇ, ਕਿਸਾਨ ਜਿਨ੍ਹਾਂ ਨੂੰ ਛੱਡ ਦਿੰਦਾ ਹੈ, ਉਹਦੀ ਲੋੜ ਨਹੀਂ ਸਮਝਦਾ, ਨਕਾਰੇ ਹੋਏ ਨੇ, ਉਹਨਾਂ ਵਰਗੀ ਛੁੱਟੈ ਤੇਲ ਬੁਆੜ ਜੋ ਸੁੰਝੇ ਅੰਦਰ ਖੇਤ। ਇਸ ਤਰ੍ਹਾਂ ਦੀ ਤੇਰੀ ਹਾਲਤ ਹੈ, ਮਨੁੱਖ ਨੂੰ ਦੱਸਿਆ ਹੈ। ਬਾਹਰੋਂ ਤੂੰ ਗਿਆਨੀ ਧਿਆਨੀ ਨਜ਼ਰ ਆਉਣਾ ਹੈ, ਦਾੜਾ ਤੂੰ ਰੱਖਿਆ ਹੋਇਆ ਹੈ, ਕੇਸ ਤੂੰ ਰੱਖੇ ਹੋਏ ਨੇ, ਪੋਥੀ ਫੜ ਕੇ ਤੂੰ ਪਾਠ ਕਰਦਾ ਹੈ, ਲੋਕਾਂ ਨੂੰ ਪੜ੍ਹ ਸੁਣਾਉਣਾ ਹੈ, ਸਾਰੇ ਕਰਮ ਧਰਮ ਕਰਦਾ ਹੈ, ਪਰ ਅੰਦਰ ਤੇਰੇ ਅਗਿਆਨਤਾ ਹੈ। ਛੁੱਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆਂ ਕਹੋ ਨਾਨਕ ਸੋ ਨਾ। ਅਤੇ ਜਦੋਂ ਉਹਨਾਂ ਨੂੰ ਖੇਤ ਵਿੱਚ ਛੱਡ ਦਿੱਤਾ ਜਾਂਦਾ ਨਾ, ਜਦੋਂ ਖਸਮ ਵੱਲੋਂ ਦੁਰਕਾਰੇ ਜਾਂਦੇ ਨੇ, ਫਟਕਾਰੇ ਜਾਂਦੇ ਨੇ, ਬੇਕਦਰੀ ਹੋ ਜਾਂਦੀ ਹੈ, ਕੋਈ ਕੀਮਤ ਨਹੀਂ ਪੈਂਦੀ ਖਸਮ ਦੀ ਨਜ਼ਰ 'ਚ। ਖਸਮ ਸਾਡਾ ਕੌਣ ਹੈ? ਇਹ ਸੱਚ, ਸਭਨਾ ਕਾ ਖਸਮ ਹੈ, ਇਹ ਸੱਚ ਸਾਡਾ ਖਸਮ ਹੈ। ਸੱਚ ਨਿਯਮ, ਸੱਚ ਸਿਧਾਂਤ, ਸੱਚ ਰਜਾ, ਸੱਚ ਗਿਆਨ, ਸੱਚ ਦਾ ਗਿਆਨ, ਇਹ ਸਾਡਾ ਗਿਆਨ ਗੁਰੂ ਹੈ। ਇਹ ਸੱਚ ਨਿਯਮ ਦੀ ਸਾਨੂੰ ਸੋਝੀ ਹੋਣੀ ਚਾਹੀਦੀ ਹੈ। ਖੇਤੇ ਅੰਦਰ ਛੁੱਟਿਆਂ ਕਹੋ ਨਾਨਕ ਸੋਨਾ, ਅਤੇ 100 ਹੀ ਉਹਨਾਂ ਦੇ, ਸੈਂਕੜੇ ਹੀ ਉਹਨਾਂ ਦੇ ਖਸਮ ਬਣ ਗਏ ਨੇ, ਭਾਵ ਇੱਕ ਤੋਂ ਛੁੱਟ ਗਏ ਨੇ, ਇੱਕ ਤੋਂ ਦਰਕਾਰੇ ਗਏ ਨੇ, ਇੱਕ ਤੋਂ ਹਟ ਗਏ ਨੇ। ਜਦੋਂ ਇੱਕ ਨੇ ਛੱਡ ਦਿੱਤਾ ਤੇ ਸੈਂਕੜੇ ਮਾਲਕ ਉਹਨਾਂ ਦੇ ਬਣਦੇ ਪਏ ਨੇ, ਕੋਈ ਜਣਾ ਖਣਾ ਮਾਲਕ ਬਣ ਜਾਂਦਾ, ਜਿੱਧਰ ਮਰਜ਼ੀ ਉਹਨਾਂ ਨੂੰ ਲਾ ਲੈਂਦਾ। ਫਿਰ ਗੁਰੂ ਸਾਹਿਬ ਕਹਿੰਦੇ ਨੇ, ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋਨਾ, ਫਲੀਆਂ ਫੁੱਲੀਆਂ ਬੱਪੜੇ ਭੀ ਤਨ ਵਿੱਚ ਸਵਾ। ਬੜੇ ਵਧੀਆ ਬੰਦਾ ਜਿਹੜਾ ਜਿਵੇਂ ਬਾਹਰੋਂ ਰਿਸ਼ਟ ਪੁਸ਼ਟ ਦਿਖਦਾ ਨਾ, ਇੱਦਾਂ ਹੀ ਤਿਲਾਂ ਦੀ ਜੋ ਬੂਟਾ ਹੈ, ਭਾਵੇਂ ਕਿ ਉਹਨਾਂ ਦੇ ਤਿਲਾਂ ਦੇ ਵਿੱਚ ਕਿਸਾਨ ਜੋ ਹੈ ਉਹ ਪਹਿਚਾਣ ਲੈਂਦਾ ਕਿ ਇਹਨਾਂ ਵਿੱਚ ਤੱਤ ਨਹੀਂ ਹੈ,
ਅੰਦਰ ਸਵਾ ਭਰੀ ਹੈ ਉਹ ਛੱਡ ਦਿੰਦਾ ਹੈ। ਇਸੇ ਤਰ੍ਹਾਂ ਖਸਮ ਨੂੰ, ਸੱਚ ਸਿਧਾਂਤ ਜੋ ਆਟੋਮੈਟਿਕਲੀ ਇੱਕ ਕੁਦਰਤੀ ਸੌਫਟਵੇਅਰ ਹੈ, ਉਹਦੇ 'ਚ ਇਹ ਸਭ ਪਹਿਚਾਣੇ ਜਾਣੇ ਨੇ ਮਨੁੱਖ। ਉਹਦੀ ਕੋਈ ਕਰਮ ਉਹਦਾ ਜਿਹੜਾ ਛੁਪਿਆ ਨਹੀਂ ਰਹਿਣਾ। ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋਨਾ, ਫਲੀਆਂ ਫੁਲੀਆਂ ਬੱਪੜੇ ਭੀ ਤਨ ਵਿੱਚ ਸਵਾ। ਪਰ ਬਾਹਰੋਂ ਦਿਸਦਾ ਹੈ ਬੰਦਾ ਵਧੀਆ, ਗਿਆਨੀ, ਧਿਆਨੀ, ਗਿਆਨਵਾਨ, ਸੋਝੀਵਾਨ, ਸਾਬਤ ਸੂਰਤ, ਪਰ ਅੰਦਰ ਸਵਾ ਭਰੀ ਹੋਈ ਹੈ, ਕੱਖ ਨਹੀਂ ਹੈ ਅੰਦਰ। ਫਿਰ ਗੁਰੂ ਸਾਹਿਬ ਕਹਿੰਦੇ ਨੇ ਫਲੀਆਂ ਫੁਲੀਆਂ ਬੱਪੜੇ ਭੀ ਤਨ ਵਿੱਚ ਸਵਾ, ਪਰ ਉਹਨਾਂ ਦੇ ਅੰਦਰ ਦੀ ਜੋ ਹਾਲਤ ਹੈ ਉਹ ਤਿਲਾਂ ਵਰਗੀ ਹੈ, ਛੁੱਟੜ ਤਿਲਾਂ ਵਰਗੀ ਹੈ ਮਨੁੱਖ ਦੀ ਹਾਲਤ। ਇਸ ਤਰ੍ਹਾਂ ਦੀ ਤੇਰੀ ਫਿਤਰਤ ਹੈ, ਮਨੁੱਖ ਨੂੰ ਕਹਿ ਰਹੇ ਨੇ ਗੁਰੂ ਸਾਹਿਬ। ਹੁਣ ਹੈ ਪੌੜੀ ਦੀ ਅਸਲੀ ਜੋ ਆਪਾਂ ਵਿਚਾਰ ਕਰਨੀ ਹੈ ਕਿ ਗੁਰੂ ਸਾਹਿਬ ਇੱਥੇ ਵਾਰ-ਵਾਰ ਜੋ ਮਨੁੱਖ ਨੂੰ ਸਮਝਾ ਰਹੇ ਨੇ ਕਿ ਤੂੰ ਗਿਆਨ ਹਾਸਲ ਕਰ, ਅਗਿਆਨੀ ਬਣਿਆ ਹੋਇਆ ਹੈ। ਹੁਣ ਇਸ ਪੌੜੀ ਵਿੱਚ ਆਪਾਂ ਵੇਖਦੇ ਵੀ ਕਿ ਇੱਥੇ ਰੱਬ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਪੌੜੀ ਵਿੱਚ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਹੁਣ ਗੁਰੂ ਸਾਹਿਬ ਕਹਿੰਦੇ ਨੇ ਕਿ ਕੀ ਕਹਿ, ਗੁਰੂ ਸਾਹਿਬ ਕਹਿ ਰਹੇ ਨੇ ਕਿ ਰੱਬ ਨੇ ਆਪਣੇ ਆਪ ਨੂੰ ਸਾਜਿਆ। ਸਭ ਤੋਂ ਪਹਿਲੀ ਗੱਲ ਕਿ ਆਪਾਂ ਨੂੰ ਗੁਰਬਾਣੀ ਜੋ ਹੈ ਗੁਰੂ ਸਾਹਿਬਾਂ ਨੇ ਲਿਖ ਕੇ ਦਿੱਤੀ, ਅਰਥ ਆਪਾਂ ਆਪਣੇ ਕਰਦੇ ਹਾਂ। ਕਤਈ ਵੀ ਇਹ ਮਤਲਬ ਨਾ ਸਮਝਿਆ ਜਾਵੇ ਕਿ ਭਈ ਇਹ ਆਪਣੀ ਮਤ ਚਲਾ ਰਿਹਾ ਹੈ, ਜਿੱਦਾਂ ਸਾਰਿਆਂ ਦੀ ਹੀ ਆਪਣੀ ਮਤ ਚੱਲਦੀ ਹੈ। ਪਰ ਆਪਾਂ ਗੁਰਮਤ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੋ ਆਪਣਾ ਇੱਕ ਪੱਖ ਹੈ ਆਪਣੀ ਮਤ ਤੋਂ, ਜੋ ਹੁਣ ਤੱਕ ਸਮਝਿਆ ਹੈ, ਉਹ ਅੱਗੇ ਰੱਖ ਰਹੇ ਹਾਂ। ਇਹ ਕੋਈ ਕਿਸੇ 'ਤੇ ਜ਼ਬਰਦਸਤੀ ਨਹੀਂ ਹੈ ਕਿ ਜ਼ਰੂਰੀ ਹਨ ਕਿ ਵੀ ਇਹ ਜਿਹੜੇ ਆਖਰੀ ਅਰਥ ਹਨ, ਨਹੀਂ। ਪਰ ਤੁਹਾਡੇ ਅਰਥਾਂ ਨਾਲ ਵੀ ਅਸੀਂ ਸਹਿਮਤ ਨਹੀਂ। ਸਾਡੇ ਮਨ 'ਚ ਇੱਕ ਸਵਾਲ ਹੈ, ਸਮਝ ਲਓ ਕਿ ਤੁਹਾਡੇ ਅੱਗੇ ਰੱਖ ਰਹੇ ਹਾਂ, ਤੁਸੀਂ ਇਹਦਾ ਹੱਲ ਦੱਸੋ ਕਿ ਰੱਬ ਜੀ ਜਦੋਂ ਤੁਸੀਂ ਕਹਿੰਦੇ ਹੋ ਨੇ ਆਪਣੇ ਆਪ ਨੂੰ ਸਾਜਿਆ, ਇੱਕ ਪਾਸੇ ਤੁਸੀਂ ਸਾਨੂੰ ਹੁਣ ਤੱਕ ਇਹ ਦੱਸ ਦਿਓ ਕਿ ਰੱਬ ਸਦੀਵ ਹੈ, ਉਹ ਆਉਂਦਾ ਜਾਂਦਾ ਨਹੀਂ, ਉਹ ਜੰਮਦਾ ਮਰਦਾ ਨਹੀਂ। ਪਰ ਇੱਥੇ ਜਦੋਂ ਸਾਜਿਆ ਲਫ਼ਜ਼ ਤੁਸੀਂ ਲੈ ਲੈਣਾ ਹੈ ਕਿ ਉਹਨੇ ਆਪਣੇ ਆਪ ਨੂੰ ਸਾਜਿਆ, ਪਰ ਤੁਸੀਂ ਦੱਸ ਰਹੇ ਹੋ ਕਿ ਕਦੀ ਉਹਨੇ ਸਾਜਿਆ ਭਾਈ, ਉਦੋਂ ਪਹਿਲਾਂ ਸ਼ਾਇਦ ਉਹ ਨਹੀਂ ਸੀ ਸਾਜਿਆ ਹੈ। ਅਤੇ ਭਾਵ ਕਿ ਇੱਕ ਸਮਾਂ ਸੀ ਜਦੋਂ ਉਹਨੇ ਉਹਨੂੰ ਆਪਣੇ ਆਪ ਨੂੰ ਸਾਜਿਆ। ਹੁਣ ਸਦੀਵ ਕਿਵੇਂ ਹੋ ਗਿਆ? ਦੂਸਰੀ ਗੱਲ, ਕਿੱਥੋਂ ਆਇਆ? ਕਿ ਕੁਦਰਤ ਤੋਂ ਬਾਹਰ ਵੀ ਕੁਛ ਹੈ ਜਿੱਥੇ ਰੱਬ ਬੈਠਾ ਸੀ, ਜਾਂ ਜਿੱਥੋਂ ਆ ਕੇ ਸਾਜਿਆ? ਜੇ ਉਹ ਹੈ ਹੀ ਨਹੀਂ ਸੀ, ਜੇ ਹੁਣ ਮੈਂ ਕੁਛ ਹੈ ਹੀ ਨਹੀਂ, ਜਸਪਾਲ ਸਿੰਘ ਹੈ ਹੀ ਨਹੀਂ, ਜਨਮ ਹੀ ਨਹੀਂ ਹੋਇਆ, ਜਾਂ ਮੈਂ ਹੈਗਾ ਹੀ ਨਹੀਂ, ਤਾਂ ਮੈਂ ਕਿਵੇਂ ਆਪਣੇ ਆਪ ਨੂੰ ਸਾਜਾਂਗਾ? ਸੋ ਅਸੀਂ ਮਨੁੱਖ ਦੀ ਤਰ੍ਹਾਂ ਰੱਬ ਨੂੰ ਬਣਾ ਦਿੱਤਾ ਕਿ ਜਿੱਦਾਂ ਮਨੁੱਖ, ਹੁਣ ਮਨੁੱਖ ਨੇ ਆਪਣੇ ਆਪ ਨੂੰ ਸਾਜਣਾ, ਗੱਲ ਮਨੁੱਖ ਦੀ ਹੋ ਰਹੀ ਹੈ। ਉਹ ਕਿਹੜੀ ਸਾਜਣਾ ਕਰਨੀ ਹੈ ਮਨੁੱਖ ਨੇ, ਉਹ ਦੱਸਦੇ ਹਾਂ ਆਪਾਂ ਅੱਗੇ ਆਪਣਾ ਪੱਖ। ਸੋ ਗੁਰੂ ਸਾਹਿਬ ਕਹਿ ਰਹੇ ਨੇ ਕਿ ਜਦੋਂ ਆਪਾਂ ਕਹਿੰਦੇ ਹਾਂ ਕਿ ਉਹਨੇ ਸਾਜਿਆ, ਫਿਰ ਆਪਾਂ ਕਹਾਂਗੇ ਵੀ ਉਹ ਆਇਆ ਕਿੱਥੇ ਸੀ? ਜੇ ਕੁਦਰਤੀ ਨਹੀਂ ਸੀ, ਕੁਦਰਤ ਉਹਨੇ ਬਾਅਦ 'ਚ ਬਣਾਈ ਹੈ। ਤੁਸੀਂ ਕਹਿੰਦੇ ਹੋ ਕਿ ਪਹਿਲਾਂ ਉਹਨੇ ਸਾਜਿਆ ਆਪਣੇ ਆਪ ਨੂੰ, ਕਿੱਥੇ ਰੱਖਿਆ? ਕਿੱਥੇ ਸੱਜ ਕੇ ਉਹ ਬੈਠਾ? ਕਿ ਕੁਦਰਤ ਦਾ ਕੋਈ ਸਰੂਪ ਸੀ ਉਦੋਂ ਜਿਹਦੇ ਵਿੱਚ ਉਹਨੇ ਆਪਣੀ ਸਾਜਨਾ ਕੀਤੀ? ਇੱਕ ਸਵਾਲ। ਹੁਣ ਗੁਰਬਾਣੀ ਨੂੰ ਆਪਾਂ ਪੜ੍ਹੀਏ ਕਿ ਆਪੀ ਨੇ ਆਪ ਸਾਜਿਓ, ਸਾਜਿਓ ਦਾ ਮਤਲਬ ਕਿ ਸੱਜ ਲਿਆ, ਸਾਜਿਆ। ਇੱਥੇ ਗੁਰੂ ਸਾਹਿਬ ਜਿਹੜੇ ਨੇ ਉਹ ਗੱਲ ਉੱਥੇ ਮਨੁੱਖ ਦੀ ਹੀ ਕਰ ਰਹੇ ਨੇ। ਗੁਰੂ ਸਾਹਿਬਾਂ ਨੇ ਪਿੱਛੇ 3 ਸ਼ਲੋਕ ਸਾਨੂੰ ਦਿੱਤੇ ਨੇ, ਮਨੁੱਖ ਨੂੰ ਕਹਿੰਦੇ ਪਏ ਨੇ ਕਿ ਤੇਰਾ ਜੋ ਅੱਜ ਵਜੂਦ ਹੈ, ਜਿਹੜੀ ਜੋ ਤੂੰ ਆਪਣਾ ਵਜੂਦ ਘੜਿਆ ਹੈ, ਉਹਦੇ ਲਈ ਤੂੰ ਆਪ ਜਵਾਬਦੇਹ ਹੈ, ਤੂੰ ਜ਼ਿੰਮੇਵਾਰ ਹੈ। ਜੈਸਾ ਸੇਵੇ ਤੈਸਾ ਹੋਏ। ਤੂੰ ਆਪ ਜਿਹੜਾ ਆਪਣਾ ਇਹ ਉਦਮ ਹੈ ਜੋ ਤੂੰ ਲਿਆ ਹੈ ਹੁਣ ਤੱਕ, ਜੋ ਹਾਸਲ ਕੀਤਾ ਗਿਆਨ ਹੈ, ਅਗਿਆਨੀ ਹੈ, ਜੋ ਵੀ ਤੇਰੇ ਪੱਲੇ ਹੈ, ਉਹ ਤੇਰੀ ਆਪਣੀ ਵਜ੍ਹਾ ਨਾਲ ਹੈ। ਉਹਦਾ ਕਾਰਨ ਤੂੰ ਆਪ ਹੈ। ਆਪੀ ਨੇ ਆਪ ਸਾਜੋ, ਆਪਣੇ ਆਪ ਨੂੰ ਆਪਣੀ ਸਾਜਣਾ, ਆਪਣੀ ਘਾਟ ਤੂੰ ਆਪ ਘੜੀ ਹੈ। ਆਪੀ ਨੇ ਰਚਿਓ ਨਾਉ। ਅਤੇ ਆਪਣਾ ਜਿਹੜਾ ਕਾਨੂੰਨ ਕਾਇਦਾ, ਜਿਹੜਾ ਆਪਣਾ ਨਿਯਮ ਕਾਰ ਵਿਹਾਰ ਜੋ ਇਹ ਦਿਸਦਾ, ਜੋ ਤੂੰ ਕਰ ਰਿਹਾ ਹੈ, ਉਹ ਸਭ ਤੇਰਾ ਆਪਣਾ, ਆਪਣੇ ਆਪ ਤੋਂ ਤੂੰ ਆਪ ਹੀ ਆਪਣੀ ਕਾਰ ਆਪ ਲੱਗਾ ਹੋਇਆ ਹੈ, ਆਪਣੀ ਸਮਝ ਨਾਲ। ਆਪੀ ਨੇ ਰਚਿਓ ਨਾਉ, ਜਾਂ ਆਪਣਾ ਕਾਨੂੰਨ ਕਾਇਦਾ ਨਿਯਮ ਸਭ ਤੂੰ ਆਪ ਘੜੇ ਨੇ। ਦੂਜਾ ਦੂਈ, ਹੁਣ ਇੱਥੇ ਦੂਈ ਦੂਜੇ ਨੰਬਰ 'ਤੇ ਨਹੀਂ ਲਿਖਿਆ, ਦੂਜੀ ਕੁਦਰਤ, ਦੂਜੀ ਕੁਦਰਤ। ਜੇ ਤੁਸੀਂ ਕਹਿੰਦੇ ਹੋ ਕਿ ਰੱਬ ਜੀ ਨੇ ਕੁਦਰਤ ਬਣਾਈ, ਫਿਰ ਉਹਨੇ ਇੱਕ ਕੁਦਰਤ ਵੱਖਰੀ ਬਣਾਈ ਹੋਣੀ ਹੈ, ਫਿਰ ਇਹ ਦੂਜੀ ਕੁਦਰਤ ਬਣਾਈ ਹੋਣੀ ਹੈ। ਦੂਈ ਕੁਦਰਤ ਸਾਜੀ ਹੈ। ਮਨੁੱਖ ਹੁਣ ਕੀ ਕਰਦਾ ਹੈ? ਸਾਜੀ ਹੈ ਲਫ਼ਜ਼ ਜਿਹੜਾ ਹੈ ਉਹ ਪ੍ਰੈਜੈਂਟ ਇੰਡੈਫੀਨਿਟ ਟੈਂਸ ਦੀ ਕਿਰਿਆ ਹੈ, ਵਰਤਮਾਨ ਅਨਿਸ਼ਚਿਤ ਕਾਲ। ਥਰਡ ਪਰਸਨ ਦੀ ਗੱਲ ਹੋ ਰਹੀ ਹੈ, ਰੱਬ ਨੂੰ ਸੰਬੋਧਨ ਨਹੀਂ ਹੋਇਆ ਜਾ ਰਿਹਾ ਇਹਦੇ ਵਿੱਚ, ਤੂੰ ਕਰਕੇ ਗੱਲ ਨਹੀਂ ਹੋਈ। ਉੱਥੇ ਮਨੁੱਖ ਦੀ ਗੱਲ ਕੀਤੀ, ਉੱਥੇ ਵੀ ਇਸੇ ਤਰ੍ਹਾਂ ਹੀ ਕਾਮਨ ਵੇ ਦੀ, ਕਾਮਨ ਮੈਨ ਦੀ ਗੱਲ ਹੋ ਰਹੀ ਹੈ, ਇੱਥੇ ਵੀ ਕਾਮਨ ਮੈਨ ਦੀ ਹੋ ਰਹੀ ਹੈ। ਦੂਈ ਕੁਦਰਤ ਸਾਜੀ। ਮਨੁੱਖ ਜਿਹੜਾ ਹੈ ਦੂਜੇ ਨੰਬਰ 'ਤੇ ਆਪਣੀ ਕੁਦਰਤ, ਆਪਣਾ ਖੇਡ, ਆਪਣਾ ਪਸਾਰਾ, ਆਪਣੀ ਕਲਾ ਆਪ ਹੀ ਸਾਜ ਲੈਂਦਾ ਹੈ, ਘੜ ਲੈਂਦਾ ਹੈ। ਜੋ ਉਹਨੂੰ ਚੰਗਾ ਲੱਗਦਾ ਹੈ ਉਹੀ ਕਰਦਾ ਹੈ। ਆਪਣੇ ਅਨੁਕੂਲ ਜਿਹੜਾ ਹੈ ਉਹ ਪਰਿਸਥਿਤੀਆਂ ਜਾਂ ਕਾਨੂੰਨ ਕਾਇਦੇ ਜਾਂ ਨਿਯਮ ਕਾਰ ਵਿਹਾਰ ਕੁਦਰਤ ਦਾ, ਸ੍ਰਿਸ਼ਟੀ ਦਾ, ਉਹ ਦੁਨੀਆਚਾਰੀ ਦਾ ਬਣਾ ਲੈਂਦਾ ਹੈ।
ਆਪ ਪਸਰਿਆ ਹੋਇਆ ਜਿੱਥੋਂ ਤੱਕ ਉੱਥੇ ਤੱਕ ਦੁਈ ਕੁਦਰਤ ਸਾਜੀਏ ਕਰ ਆਸਣ ਡਿੱਠੋ ਚਾਓ। ਤੇ ਚਾਹ ਦੇ ਨਾਲ ਆਸਣ ਲਾ ਕੇ ਟਿਕਾਓ ਦੇ ਵਿੱਚ ਇਸ ਆਪਣੀ ਖੇਡ ਵਿੱਚ ਆਪਣੇ ਪਸਰੇ ਹੋਏ ਪਸਾਰੇ ਵਿੱਚ ਜਿੱਥੋਂ ਤੱਕ ਉਹਦੀ ਚੱਲਦੀ ਹੈ, ਆਪ ਹੀ ਚਾਹ ਦੇ ਨਾਲ ਉਸ ਕਾਰ ਵਿਹਾਰ ਨੂੰ, ਆਪਣੀ ਦੁਨੀਆ ਨੂੰ, ਆਪਣੀ ਕੁਦਰਤ ਨੂੰ ਦੇਖਦਾ, ਆਪਣੀ ਕਲਾ ਨੂੰ, ਆਪਣੀ ਖੇਡ ਨੂੰ ਆਪ ਆਪਣੇ ਹਿਸਾਬ ਨਾਲ ਖੇਡ ਰਿਹਾ ਹੈ। ਦੁਈ ਕੁਦਰਤ ਸਾਜੀਏ ਕਰ ਆਸਣ ਡਿੱਠੋ ਚਾਓ। ਇੱਥੇ ਤੱਕ ਜਿਹੜੀ ਗੱਲ ਹੈ ਕਾਮਨ ਮੈਨ ਦੀ ਹੋ ਰਹੀ ਹੈ, ਕਾਮਨ ਆਦਮੀ ਦੀ ਹੋ ਰਹੀ ਹੈ। ਤੇ ਹੁਣ ਗੁਰੂ ਸਾਹਿਬ ਜਦੋਂ ਇੱਥੇ ਲਾਸਟ ਵਿੱਚ ਜਿੱਦਾਂ ਪੌੜੀ ਦੇ ਵਿੱਚ ਆਪਾਂ ਵੇਖਦੇ ਹਾਂ, ਸਾਨੂੰ ਵੀਰਾਂ ਨੇ ਵੀ ਦੱਸਿਆ ਇੱਕ ਲੌਜਿਕ ਹੈ ਕਿ ਪੌੜੀ ਦੇ ਵਿੱਚ ਜਿੱਦਾਂ ਆਪਾਂ ਇੱਕ ਪ੍ਰਮਾਣ ਪੌੜੀ ਦਾ ਵੀ ਲੈਂਦੇ ਹਾਂ ਜਪ ਬਾਣੀ ਵਿੱਚੋਂ। ਪਹਿਲੀ ਪੌੜੀ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾਂ ਲੱਖ ਹੋਵੈ ਤਾਂ ਇੱਕ ਨਾ ਚੱਲੇ ਨਾਲ। ਗੁਰੂ ਸਾਹਿਬ ਇੱਥੋਂ ਤੱਕ ਦੁਨੀਆਦਾਰੀ ਦੀ, ਲੋਕਾਚਾਰੀ ਦੀ ਜੋ ਹੋ ਰਿਹਾ ਹੈ, ਜੋ ਕਰਮ ਕਾਂਡ ਚੱਲ ਰਹੇ ਨੇ, ਉਹ ਸਭ ਕਰਦੇ ਹੋਏ ਲੋਕਾਂ ਨੂੰ ਵੇਖ ਕੇ ਫਿਰ ਉਹਨਾਂ ਦੀ ਗੱਲ ਕਰ ਰਹੇ ਨੇ। ਇੱਥੇ ਵੀ ਲੋਕਾਂ ਦੀ ਗੱਲ ਕਰ ਰਹੇ ਨੇ ਔਰ ਫਿਰ ਕਹਿ ਰਹੇ ਨੇ ਕਿ ਤੂੰ ਜੋ ਕਰਦਾ ਫਿਰਦਾ ਇਸ ਤਰ੍ਹਾਂ ਤੇਰੇ ਕੀਤਿਆਂ, ਤੇ ਜੇ ਤੂੰ ਰੱਬ ਦੇ ਪਾਉਣ ਲਈ ਕਰ ਰਿਹਾ ਜਾਂ ਰੱਬ ਨੂੰ ਖੁਸ਼ ਕਰਨ ਲਈ ਕਰ ਰਿਹਾ, ਸੁੱਚਾ ਹੋ ਕੇ ਦਿਖਾ ਰਿਹਾ ਹੈ, ਚੁੱਪ ਰਹਿ ਕੇ ਮੌਨ ਧਾਰਨ ਕਰਕੇ ਜਾਂ ਭੁੱਖਾ ਰਹਿ ਕੇ ਰੱਬ ਨੂੰ ਪਾਉਣ ਦੀ ਕੋਸ਼ਿਸ਼ ਕਰ ਰਿਹਾ, ਇੱਦਾਂ ਰੱਬ ਕੋਈ ਬੰਦਾ ਨਹੀਂ ਵੀ ਤੈਨੂੰ ਉਹਨੇ ਆਹ ਕੰਮ ਦੱਸਿਆ ਵੀ ਤੇ ਇੱਦਾਂ ਤੈਨੂੰ ਮਿਲ ਜਾਏਗਾ, ਜਾਂ ਤੈਨੂੰ ਕਿਸੇ ਨੇ ਕੋਈ ਕਿਸੇ ਮੱਤ ਨੇ ਤੈਨੂੰ ਕੋਈ ਇਹੋ ਜਿਹੀ ਮੱਤ, ਜਿੱਦਾਂ ਇਹ ਸਾਰੇ ਵੱਖਰੇ ਵੱਖਰੇ ਮੱਤ ਸੀ, ਕੋਈ ਸੰਨਿਆਸੀ, ਕੋਈ ਜੋਗੀ, ਕੋਈ ਨੰਗਾ ਰਹਿੰਦਾ, ਕੋਈ ਜੰਗਲਾਂ ਵੱਲ ਨੂੰ ਤੁਰ ਪਿਆ ਰੱਬ ਨੂੰ ਲੱਭਣ, ਕੋਈ ਘਰੇ ਕਮਰੇ 'ਚ ਹੀ ਤਪ ਕਰਨ ਡਿਆ। ਗੁਰੂ ਸਾਹਿਬ ਕਹਿੰਦੇ ਨੇ ਨਹੀਂ। ਫਿਰ ਗੁਰੂ ਸਾਹਿਬ ਕਹਿੰਦੇ ਕਿਵ, ਇੱਥੇ ਗੁਰੂ ਸਾਹਿਬ ਨੇ ਸਵਾਲ ਕੀਤਾ। ਉੱਥੇ ਪ੍ਰਚਲਿਤ ਜੋ ਇੱਕ ਕਰਮ ਕਾਂਡ ਚੱਲ ਰਹੇ ਨੇ ਉਹਨਾਂ ਦੀ ਦੁਨੀਆ ਦੇ ਵਿੱਚ ਗੱਲਬਾਤ ਕਰਕੇ ਗੁਰੂ ਸਾਹਿਬ ਪੌੜੀ ਦੇ ਵਿੱਚ ਜਿਸ ਤਰ੍ਹਾਂ ਵੀਰ ਸਮਝਾਉਂਦੇ ਨੇ ਕਿ ਲਾਸਟ ਵਿੱਚ ਉਹਦਾ ਜੋ ਅਸਲ ਜੋ ਅਸਰ ਹੈ, ਜੋ ਗੁਰੂ ਸਾਹਿਬਾਂ ਦੀ ਸਮਝ ਜਾਂ ਗੁਰੂ ਸਾਹਿਬਾਂ ਦਾ ਜੋ ਫੈਸਲਾ ਹੈ, ਮਤ ਹੈ, ਉਹ ਅਖੀਰ ਵਿੱਚ ਗੁਰੂ ਸਾਹਿਬ ਆਪਣਾ ਫੈਸਲਾ ਦਿੰਦੇ ਨੇ। ਫਿਰ ਗੁਰੂ ਸਾਹਿਬ ਸਵਾਲ ਵੀ ਰੱਖਦੇ ਨੇ ਇਹਨਾਂ ਲੋਕਾਂ ਦੇ ਉੱਪਰ, ਕਿਵ ਸਚਿਆਰਾ ਹੋਈ ਹੈ ਕਿ ਕੂੜ ਹੈ ਟੁੱਟੇ ਪਾਲ, ਵੀ ਕਿਸ ਤਰ੍ਹਾਂ ਇਹ ਜਿਹੜੀ ਕੂੜ ਦੇ ਜੋ ਕਰਮ ਕਾਂਡ ਨੇ, ਕੂੜ ਰੂਪੀ ਜੋ ਇਹ ਕਾਰ ਵਿਹਾਰ ਅਸੀਂ ਫੜ ਲਏ ਨੇ, ਇਹ ਇਹਨਾਂ ਨੂੰ ਕਿਵੇਂ ਛੱਡਿਆ ਜਾਵੇ। ਹੁਕਮ, ਗੁਰੂ ਸਾਹਿਬ ਇੱਥੇ ਫੈਸਲਾ ਦਿੰਦੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਗੁਰੂ ਸਾਹਿਬ ਕਹਿੰਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਵੀ ਇਹ ਚੀਜ਼ ਜਿਹੜੀ ਹੈ ਹੁਕਮ ਰਜਾ ਵਿੱਚ ਚੱਲ, ਇਹ ਨਾਲ ਲਿਖ ਦਿੱਤਾ, ਤੁਸੀਂ ਇਹਨੂੰ ਸਮਝੋ, ਨਾਲ ਰੱਖੋ, ਇਹਨੂੰ ਆਪਣੇ ਹਿਰਦੇ 'ਚ ਜਾਂ ਆਪਣੇ ਮਨ ਵਿੱਚ ਇਸ ਚੀਜ਼ ਦਾ ਧਿਆਨ ਰੱਖੋ ਕਿ ਇਹ ਹੁਕਮ ਦੇ ਵਿੱਚ ਰਹੋ, ਰਜਾ ਦੇ ਵਿੱਚ ਰਹੋ। ਰਜਾ ਕਿਹੜੀ ਹੈ? ਕਿਤੇ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਤੇ ਰੱਬ ਜੀ ਦਾ ਹੁਕਮ, ਉਹਦੇ ਵਿੱਚ ਰਹਿਣਾ। ਇੱਥੇ ਵੀ ਬੜਾ ਭੁਲੇਖਾ ਪਾਇਆ ਜਾਂਦਾ। ਮੈਂ ਹੁਕਮ ਵਾਲੀ ਪੌੜੀ ਵੀ ਆਪਣੀ ਇੱਕ ਐਪੀਸੋਡ ਵਿੱਚ ਕੀਤੀ ਹੈ ਵਿਚਾਰ, ਉਹ ਵੀ ਆਪਾਂ ਪੋਸਟ ਕੀਤੀ ਹੋਈ ਹੈ YouTube 'ਤੇ, ਇਸ ਲਿੰਕ ਦੇ ਨਾਲ ਉਹ ਮਿਲ ਜਾਏਗੀ। ਹੁਕਮ ਕੀ ਹੈ? ਹੁਕਮ ਕੁਦਰਤੀ ਹੈ, ਕੁਦਰਤੀ ਇੱਕ ਸਿਸਟਮ, ਕੁਦਰਤੀ ਰਜਾ, ਕੁਦਰਤੀ ਨਿਜ਼ਾਮ ਜਾਂ ਲਾਅ ਆਫ ਨੇਚਰ ਜੋ ਹੈ ਉਹ ਇੱਕ ਹੁਕਮ ਹੈ ਕੁਦਰਤ ਦਾ, ਉਹਦੇ ਵਿੱਚ ਰਹਿਣ ਦੀ ਗੁਰੂ ਸਾਹਿਬ ਗੱਲ ਕਰਦੇ ਨੇ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਉਸ ਹੁਕਮ ਨੂੰ, ਕੁਦਰਤ ਦੇ ਜੋ ਸਿਸਟਮ ਨੂੰ ਸਮਝ ਤੇ ਉਹਦੇ ਨਾਲ ਚੱਲ। ਅੱਗੇ ਜੋ ਆਪਾਂ ਜਦੋਂ ਕਰਦੇ ਹਾਂ, ਇੱਥੇ ਗੁਰੂ ਸਾਹਿਬ ਸੰਬੋਧਨ ਹੋ ਗਏ ਨੇ। ਜਦੋਂ ਆਪਾਂ ਪੜ੍ਹਿਆ ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾ, ਇਹ ਦੁਨੀਆਦਾਰੀ ਦੀ, ਲੋਕਾਚਾਰੀ ਦੀ, ਮਨੁੱਖ ਦੀ ਗੱਲ ਕੀਤੀ। ਅੱਗੇ ਗੁਰੂ ਸਾਹਿਬ ਦਾ ਤੁਸੀਂ ਵੇਖੋ, ਜਦੋਂ ਇਹ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਅਕਸਰ ਹੁੰਦਾ ਹੈ। ਹੁਣ ਗੁਰੂ ਸਾਹਿਬ ਸੰਬੋਧਨ ਹੋ ਰਹੇ ਨੇ ਉਸ ਸੱਚ ਅਕਾਲ ਦੇ, ਸੱਚ ਨਿਯਮ ਦੇ, ਸੱਚ ਸਿਧਾਂਤ ਦੇ, ਲਾਅ ਆਫ ਨੇਚਰ ਦੇ ਸਮਰਪਿਤ ਹੋ ਕੇ, ਨਤਮਸਤਕ ਹੋ ਕੇ ਗੁਰੂ ਸਾਹਿਬ ਕਹਿ ਰਹੇ ਨੇ, ਸਮਰਪਤਾ ਦਿਖਾ ਰਹੇ ਨੇ। ਗੁਰੂ ਸਾਹਿਬ ਕਹਿੰਦੇ ਨੇ ਦਾਤਾ ਕਰਤਾ ਆਪ ਤੂੰ, ਹੇ ਸੱਚ ਨਿਯਮ ਸਿਧਾਂਤ ਰੂਪ ਕਰਤਾ ਜੀ, ਅਕਾਲ ਪੁਰਖ ਜੀ। ਅਕਾਲ ਪੁਰਖ ਦੇ ਭੁਲੇਖੇ ਪੈਂਦੇ ਨੇ। ਅਸੀਂ ਅਕਾਲ ਪੁਰਖ ਜੇ ਲਫ਼ਜ਼ ਇੱਕ ਓੰਕਾਰ ਦੇ ਅਰਥ ਲੈਂਦੇ ਹਾਂ, ਇੱਕ ਓ ਦੇ ਅਰਥ ਅਕਾਲ ਪੁਰਖ ਲੈਂਦੇ ਹਾਂ, ਅਤੇ ਮੇਰੀ ਤੇ ਘੱਟ ਤੋਂ ਘੱਟ ਉਹਦੇ ਨਾਲ ਸਹਿਮਤੀ ਹੈ। ਕਿਉਂ? ਅਕਾਲ, ਕਾਲ ਤੋਂ ਰਹਿਤ। ਪੁਰਖ ਦੇ ਜਿਹੜੇ ਅਰਥ ਹਨ, ਪ੍ਰੋਫੈਸਰ ਸਾਹਿਬ ਦੀ ਵੀ ਜੋ ਇੰਟੈਂਸ਼ਨ ਹੈ ਸਾਹਿਬ ਸਿੰਘ ਦੀ, ਉਹ ਵੀ ਇਹੀ ਹੈ ਕਿ ਪੁਰਖ ਇੱਕ ਵਿਆਪਕ, ਇੱਕ ਰਮਿਆ ਹੋਇਆ, ਇੱਕ ਕਿਸੇ ਵੀ ਕਿਰਤ ਜਾਂ ਰਚਨਾ ਵਿੱਚ ਲੇਟਿਆ ਹੋਇਆ ਨਿਯਮ ਸਿਧਾਂਤ, ਅਕਾਲ ਪੁਰਖ। ਇੱਥੇ ਗੁਰੂ ਸਾਹਿਬ ਅਕਾਲ ਪੁਰਖ ਨੂੰ ਸੰਬੋਧਨ ਹੋਣ ਦਾ ਮਤਲਬ ਹੈ ਕਿ ਸੱਚ ਸਿਧਾਂਤ ਦੇ, ਸੱਚ ਨਿਯਮ ਦੇ, ਸੱਚ ਹੁਕਮ ਦੇ ਸਮਰਪਿਤ ਹੋ ਜਾਣਾ ਹੈ। ਉੱਥੇ ਸੱਚ ਹੁਕਮ 'ਚ, ਸੱਚ ਨਿਯਮ 'ਚ, ਸੱਚ ਸਿਧਾਂਤ 'ਚ, ਕੁਦਰਤ ਦੇ ਸੱਚ ਸਿਸਟਮ ਦੇ ਵਿੱਚ ਹੀ ਸਾਨੂੰ ਕੋਈ ਚੀਜ਼ ਦੀ ਪ੍ਰਾਪਤੀ ਹੈ। ਗੁਰੂ ਸਾਹਿਬ ਕਹਿ ਰਹੇ ਦਾਤਾ ਕਰਤਾ ਆਪ ਤੂੰ, ਤੁਸ ਦੇਵੇਂ ਕਰੇ ਪਸਾਰ। ਅਤੇ ਤਰੁੱਠਣਾ ਕਿਵੇਂ ਹੈ? ਜਿਹੜਾ ਕੰਮ ਨਿਯਮ ਦੇ ਅਨੁਕੂਲ ਹੁੰਦਾ ਹੈ, ਜਦੋਂ ਆਪਾਂ ਕਹਿੰਦੇ ਇਹ ਕੰਮ ਤੇ ਅਕਾਲ ਪੁਰਖ ਨੇ ਆਪ ਕਰਤਾ, ਜਿਹੜਾ 100% ਕੁਦਰਤੀ ਰਜਾ ਵਿੱਚ, ਕੁਦਰਤੀ ਭਾਣੇ ਦੇ, ਕੁਦਰਤੀ ਸਿਸਟਮ ਦੇ ਅਨੁਕੂਲ ਹੁੰਦਾ ਹੈ, ਸੱਚ ਹੁੰਦਾ ਹੈ ਨਿਯਮ, ਸੱਚ ਕਰਮ ਹੁੰਦਾ ਹੈ ਕੋਈ, ਅਤੇ ਉੱਥੇ ਆਪਾਂ ਕਹਿੰਦੇ ਅਕਾਲ ਪੁਰਖ ਨੇ ਕੀਤਾ। ਤੁਸ ਦੇਵੇਂ ਕਰੇ ਪਸਾਓ। ਉੱਥੇ
ਜੋ ਕੋਈ ਕਿਸੇ ਵੱਖਰਾ ਕਿਸੇ ਲਈ ਉੱਥੇ ਨਿਰਵੈਰ ਹੈ, ਕੋਈ ਕਿਸੇ ਲਈ ਵੈਰ ਵਿਰੋਧ, ਕਿਸੇ ਲਈ ਕੋਈ ਐਸਾ ਵੱਖਰਾ ਭਾਵ ਨਹੀਂ ਹੈ ਇਸ ਸਿਸਟਮ ਦਾ, ਸਭ ਲਈ ਸਾਂਝਾ ਹੈ। ਤੇ ਉਹ ਤਰੁੱਠਦਾ ਸਭ ਤੇ ਹੀ ਹੈ। ਕਰਮ ਵੇਖਣਾ, ਕਰਮੀ ਆਪੋ ਆਪਣੀ ਕਹਿ ਨੇੜੇ ਕੇ ਦੂਰ, ਕਰਮੀ ਕਰਮੀ ਹੋਏ ਵਿਚਾਰ। ਸੋ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ। ਨਦਰ ਬਖਸ਼ਿਸ਼ ਜਿਹੜੀ ਹੈ ਉਹ ਕੁਦਰਤੀ ਸਿਸਟਮ ਦੀ, ਨਿਜ਼ਾਮ ਦੀ, ਜਾਂ ਕੁਦਰਤ ਨਿਯਮ ਪ੍ਰਣਾਲੀ ਨਿਯਮਾਵਲੀ ਦੇ ਵਿੱਚ, ਪ੍ਰਕਿਰਿਆ ਦੇ ਵਿੱਚ ਅਸੀਂ ਜਦੋਂ ਫਿੱਟ ਬੈਠ ਜਾਂਦੇ ਹਾਂ, ਸਾਡੇ ਤੇ ਬਖਸ਼ਿਸ਼ ਹੋਣੀ ਹੀ ਹੋਣੀ ਹੈ। ਗੁਰੂ ਸਾਹਿਬ ਕਹਿ ਰਹੇ ਨੇ, ਤੁਸ ਦੇਵੇਂ ਕਰੇ ਪਸਾਓ ਕਰ ਆਸਨ। ਹੁਣ ਪਸਾਓ ਭਾਵ ਖੁਸ਼ ਹੋ ਕੇ ਬਖਸ਼ਿਸ਼ ਰੂਪ ਵਿੱਚ, ਬਖਸ਼ਿਸ਼ ਦੇ ਪਾਤਰ ਬਣਨਾ ਹੈ, ਸਿਸਟਮ ਦੇ ਵਿੱਚ ਰਹਿਣਾ ਹੈ, ਸਿਸਟਮ ਨੂੰ ਮੰਨਣਾ ਹੈ। ਕੋਈ ਵੀ ਕੰਮ ਹੈ ਉਹ ਸਿਸਟਮ ਦੇ ਨਾਲ, ਲਾਅ ਆਫ ਨੇਚਰ ਦੇ ਵਿੱਚ, ਕੁਦਰਤ ਦੇ ਸਾਰੇ ਕੰਮ ਕੁਦਰਤ ਦੇ ਕਿਸੇ ਲਾਅ ਆਫ ਨੇਚਰ ਦੇ ਵਿੱਚ ਹੀ, ਕਿਸੇ ਨਾ ਕਿਸੇ ਨਿਯਮ ਵਿੱਚ ਹੀ ਹੋਣੇ ਨੇ। ਕਰ ਆਸਨ ਡਿੱਠੋ ਚਾਓ, ਗੁਰੂ ਸਾਹਿਬ ਕਹਿੰਦੇ ਨੇ। ਹੁਣ ਜਿਹੜਾ ਇਹ ਸਿਸਟਮ ਹੈ, ਜੋ ਸਿਧਾਂਤ ਰੂਪ ਕਰਤਾ ਹੈ, ਜੋ ਸੱਚ ਨਿਯਮ ਹਨ ਕੁਦਰਤ ਦੇ ਸਰਵ ਵਿਆਪਕ, ਇੱਕ ਉਹ ਵਾਲਾ ਸਿਸਟਮ, ਉਹ ਕਦੋਂ, ਉਹ ਕਿੱਥੇ ਆਸਨ ਲਾ ਕੇ ਸਾਰੀ ਸ੍ਰਿਸ਼ਟੀ ਦੇ ਵਿੱਚ ਕਾਨੂੰਨ ਰੂਪ ਦੇ ਵਿੱਚ, ਨਿਯਮ ਰੂਪ ਦੇ ਵਿੱਚ ਉਹ ਦੇਖਣ ਡਿਆ ਹੈ। ਆਟੋਮੈਟਿਕਲੀ ਆਊਟਪੁੱਟ ਸਾਡੀ ਜਿਹੜੀ ਉਹਨੇ ਸਾਨੂੰ ਕੱਢ ਦੇਣੀ ਹੈ। ਸੋ ਦਾਸ ਨੂੰ ਸਮਝ ਪੈਂਦੀ ਹੈ ਕਿ ਲਾਸਟ ਪੰਕਤੀ ਵਿੱਚ ਸੰਬੋਧਨ ਤੂੰ ਲਫ਼ਜ਼ ਆਇਆ ਹੈ, ਤੂੰ ਉੱਥੇ ਹੈ ਸਨਮੁਖ ਸੱਚ ਦੀ, ਉੱਥੇ ਅਕਾਲ ਪੁਰਖ ਦੇ ਜਾਂ ਅਕਾਲ ਨਿਯਮ ਦੇ ਸੱਚ ਦੇ ਸਨਮੁਖ ਹੋ ਕੇ ਗੁਰੂ ਸਾਹਿਬ ਉੱਥੇ ਕਹਿੰਦੇ ਨੇ ਵੀ ਸਭ ਕੁਝ ਰਜਾ ਤੋਂ ਬਿਨਾਂ ਨਹੀਂ, ਹੁਕਮ ਤੋਂ ਬਿਨਾਂ ਨਹੀਂ ਮਿਲਣਾ। ਹੁਕਮ ਦੇ ਵਿੱਚ ਰਹਿ ਕੇ, ਨਿਯਮ ਦੇ ਵਿੱਚ ਰਹਿ ਕੇ, ਕੁਦਰਤੀ ਸਿਸਟਮ ਨੂੰ ਮੰਨ ਕੇ ਸਭ ਕੁਝ ਮਿਲ ਸਕਦਾ ਹੈ ਔਰ ਬਖਸ਼ਿਸ਼ ਦੇ ਪਾਤਰ ਬਣ ਕੇ ਮਿਲ ਸਕਦਾ ਹੈ। ਸੋ ਦਾਸ ਦੀ ਇੰਨੀ ਕੁ ਸਮਝ ਹੈ ਜੀ। ਇੱਕ ਮੈਂ ਆਮ ਜਿਹਾ ਸਰੋਤਾ ਹਾਂ, ਵਿਦਵਾਨਾਂ ਦੀ ਥੋੜ੍ਹੀ ਬਹੁਤ ਸੰਗਤ ਕਰਦੇ ਹਾਂ। ਜੇ ਇੱਕ ਪੱਖ ਸਾਹਮਣੇ ਆਇਆ ਆਪਾਂ ਰੱਖ ਦਿੱਤਾ ਹੈ। ਬਾਕੀ ਕੋਈ ਵੀਰ ਇੱਥੇ ਇਹਨੂੰ ਕਿ ਪਾਪ ਪੁੰਨ ਜਾਂ ਪਤਾ ਨਹੀਂ ਗਿਆਨੀ ਅਗਿਆਨੀ ਜਾਂ ਕਈ ਇਹੋ ਜਿਹੇ ਲਕਬ ਦੇਣੇ ਆ ਵੀਰਾਂ ਨੇ, ਦੇ ਦਿਓ। ਪਰ ਜੇ ਮੇਰੀ ਵੀਰ ਜੋ ਮੈਂ ਖਾਸ ਕਰ ਕਹਿ ਦਿਆਂ ਕਿ ਮੈਂ ਮਿਸ਼ਨਰੀ ਪ੍ਰਚਾਰਕਾਂ ਦੀ ਸੰਗਤ ਕੀਤੀ ਹੈ, ਉਹ ਜੇ ਇੱਥੇ ਸਮਝਦੇ ਹਨ ਕਿ ਕੁਛ ਦੱਸਣ ਦੀ ਲੋੜ ਹੈ ਜਾਂ ਇਹਦੇ ਵਿੱਚ ਕੁਛ ਹੋਰ ਹੈ, ਤੇ ਮੇਰਾ ਸਵਾਲ ਹੈ ਕਿ ਕਿਉਂ ਇਸ ਪੰਕਤੀ ਨੂੰ ਰੱਬ ਦੇ ਨਾਲ ਜੋੜ ਦਿੱਤਾ ਜਾਂਦਾ ਕਿ ਰੱਬ ਦੀ ਗੱਲ ਹੋ ਰਹੀ, ਰੱਬ ਪਹਿਲਾਂ ਆਇਆ, ਕੁਦਰਤ ਬਾਅਦ ਵਿੱਚ ਆਈ। ਸੋ ਜਦੋਂ ਗੁਰਬਾਣੀ ਕਹਿੰਦੀ ਹੈ ਕਿ ਉਹ ਸਰਵ ਵਿਆਪਕ ਹੈ, ਇੱਕ ਹੀ ਹੈ, ਇੱਕੋ ਹੀ ਹੈ ਸਿਸਟਮ, ਫਿਰ ਅਸੀਂ ਕਿਉਂ ਭੁਲੇਖੇ ਪਾ ਰਹੇ ਹਾਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।